ਬੱਚਿਓ ਅੱਜ ਐਮਏ 3rd ਸਮੈਸਟਰ ਦੇ ਇਸ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਦੇ ਲੈਕਚਰ ਦੇ ਵਿੱਚ ਅਸੀਂ ਪਰੰਪਰਾਵਾਂ ਜਿਹੜੀਆਂ ਇੰਗਲੈਂਡ ਦੇ ਸੰਵਿਧਾਨ 'ਚ ਪਾਈਆਂ ਜਾਂਦੀਆਂ ਹੈ ਔਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪਰੰਪਰਾਵਾਂ ਉੱਥੇ ਸਥਾਪਿਤ ਹੋਈਆਂ ਉਹਨਾਂ ਬਾਰੇ ਜਿਹੜੀ ਅਸੀਂ ਹੈ ਮੁੱਖ ਤੌਰ ਤੇ ਚਰਚਾ ਜਿਹੜੀ ਹੈ ਉਹ ਕੀਤੀ ਸੀ। ਸੋ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੰਦਾ, ਕੱਲ ਜਿਹੜਾ ਬੱਚਿਆਂ ਨੇ ਲੈਕਚਰ ਨਹੀਂ ਸੁਣਿਆ ਜਾਂ ਨਹੀਂ ਲਗਾਇਆ ਉਹਨਾਂ ਵਾਸਤੇ ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਪਰੰਪਰਾ ਆਪਾਂ ਕਿਹਨੂੰ ਕਹਿੰਦੇ ਹਾਂ? ਜਿਹੜੀਆਂ ਆਦਤਾਂ, ਜਿਹੜੀਆਂ ਚੀਜ਼ਾਂ ਵਿਦ ਦਾ ਪੈਸੇਜ ਆਫ ਟਾਈਮ ਕਿਸੇ ਵੀ ਪੋਲੀਟੀਕਲ ਸਿਸਟਮ ਜਾਂ ਸੋਸ਼ਲ ਸਿਸਟਮ ਦੇ ਵਿੱਚ ਐਸਟੈਬਲਿਸ਼ ਹੁੰਦੀਆਂ ਉਹਨੂੰ ਅਸੀਂ ਪਰੰਪਰਾਵਾਂ ਕਹਿੰਦੇ ਹਾਂ। ਠੀਕ ਹੈ, ਪਰੰਪਰਾਵਾਂ ਬਣਾਈਆਂ ਨਹੀਂ ਜਾਂਦੀਆਂ, ਆਪਣੇ ਆਪ ਬਣਦੀਆਂ। ਇੱਕ ਗੱਲ ਯਾਦ ਰੱਖਣੀ ਹੈ। ਅਤੇ ਜਿਹੜੇ ਕਾਨੂੰਨ ਹੈ ਉਹ ਜਿਹੜੇ ਹੈਗੇ ਆ ਉਹ ਬਣਾਏ ਜਾਂਦੇ ਆ। ਕਾਨੂੰਨ ਜਿਹੜੇ ਆ ਉਹ ਬਣਾਏ ਜਾਂਦੇ ਆ, ਸੰਸਦ 'ਚ ਬਣਾਏ ਜਾਂਦੇ ਆ ਜਾਂ ਵਿਧਾਨ ਮੰਡਲ 'ਚ ਬਣਾਏ ਜਾਂਦੇ ਆ। ਹਰ ਦੇਸ਼ ਦਾ ਜਿਹੜਾ ਵਿਧਾਨ ਮੰਡਲ ਹੈ ਅਲੱਗ ਤਰ੍ਹਾਂ ਨਾਲ ਕੰਮ ਕਰਦਾ ਹੈ, ਅਲੱਗ ਤਰ੍ਹਾਂ ਦੇ ਉਹਦੇ ਪ੍ਰੋਸੀਜਰਸ ਹੈਗੇ ਆ, ਪਰ ਕਾਨੂੰਨ ਜਿਹੜੇ ਆ ਉਹ ਸੰਸਦ ਦੇ ਵਿੱਚ ਹੀ ਜਿਹੜੇ ਹੈਗੇ ਆ ਬਣਾਏ ਜਾਂਦੇ। ਠੀਕ ਹੈ ਜੀ। ਹੋਰ ਅਸੀਂ ਇਹਦੇ ਵਿੱਚ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪਰੰਪਰਾਵਾਂ ਹੈ ਇੰਗਲੈਂਡ ਦੇ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਜਿਹੜਾ ਹੈਗਾ ਐਸਟੈਬਲਿਸ਼ ਹੋਈਆਂ। ਜਿੱਦਾਂ ਫੋਰ ਐਗਜ਼ਾਮਪਲ ਕਿੰਗ ਦੇ ਨਾਲ ਸੰਬੰਧਿਤ, ਰਾਜੇ ਦੇ ਨਾਲ ਸੰਬੰਧਿਤ ਜਿਹੜੀਆਂ ਪਰੰਪਰਾਵਾਂ ਹੈਗੀਆਂ, ਫਿਰ ਸੰਸਦ ਦੇ ਨਾਲ ਸੰਬੰਧਿਤ ਜਿਹੜੀਆਂ ਪਰੰਪਰਾਵਾਂ ਹੈਗੀਆਂ, ਫਿਰ ਅਗਰ ਅਸੀਂ ਗੱਲ ਕਰੀਏ ਸੈਂਕਸ਼ਨਸ ਕੀ ਨੇ ਜਾਂ ਕਨਵੈਨਸ਼ਨਸ, ਕਿਉਂਕਿ ਕਾਨੂੰਨ ਦੁਆਰਾ ਪ੍ਰੋਟੈਕਟਡ ਨਹੀਂ ਹੁੰਦੀਆਂ, ਕਨਵੈਨਸ਼ਨਸ ਜਿਹੜੀਆਂ ਹੈ ਕਾਨੂੰਨ ਦੁਆਰਾ ਸਪੋਰਟਡ ਨਹੀਂ ਹੁੰਦੀਆਂ, ਪ੍ਰੋਟੈਕਟਡ ਨਹੀਂ ਹੁੰਦੀਆਂ। ਸੋ ਇਸ ਕਰਕੇ ਇਹਨਾਂ ਦੇ ਪਿੱਛੇ ਵੀ ਕੁਝ ਮਾਨਤਾਵਾਂ ਹੁੰਦੀਆਂ ਹੈ ਜਾਂ ਇਹਨਾਂ ਦੇ ਪਿੱਛੇ ਵੀ ਕੁਝ ਰੋਕਥਾਮ ਦੇ ਸਾਧਨ ਹੁੰਦੇ ਹੈ ਜਿਨ੍ਹਾਂ ਰਾਹੀਂ ਇਹਨਾਂ ਉੱਤੇ ਕੁਝ ਨਾ ਕੁਝ ਜਿਹੜਾ ਹੈ ਚੈੱਕ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ। ਸੋ ਇਸ ਪ੍ਰਸ਼ਨ ਉੱਤੇ ਦੋ ਤਿੰਨ ਵਿਚਾਰਕ ਹੈਗੇ ਆ ਜਿਨ੍ਹਾਂ ਨੇ ਆਪਣੇ ਜਿਹੜੇ ਹੈ ਵਿਊ ਪੁਆਇੰਟ ਦਿੱਤਾ। ਇੱਕ ਤਾਂ ਡਾਈਸੀ ਹੈ, ਇਹ ਇੱਕ ਸੰਵਿਧਾਨਿਕ ਵਿਸ਼ੇਸ਼ज्ञ ਹੈਗੇ ਆ ਇੰਗਲੈਂਡ ਦੇ ਵਿੱਚ, ਇਹ ਲਾਅ ਜੂਰਿਸਟ ਸੀਗੇ। ਇਹਨਾਂ ਨੇ ਜਿਹੜਾ ਹੈ ਪਰੰਪਰਾਵਾਂ ਉੱਤੇ ਆਪਣਾ ਇੱਕ ਵਿਊ ਪੁਆਇੰਟ ਦਿੱਤਾ ਹੈ। ਫਿਰ ਲੋਵੈਲ ਹੈਗੇ ਆ, ਉਹਨਾਂ ਨੇ ਆਪਣਾ ਜਿਹੜਾ ਹੈ ਵਿਊ ਪੁਆਇੰਟ ਦਿੱਤਾ। ਫਿਰ ਡਾਕਟਰ ਜੈਨਿੰਗਸ ਹੈਗੇ ਆ, ਉਹਨਾਂ ਨੇ ਆਪਣਾ ਵਿਊ ਪੁਆਇੰਟ ਦਿੱਤਾ। ਸੋ ਅੱਜ ਦੇ ਲੈਕਚਰ ਦੇ ਵਿੱਚ ਜਿਹੜਾ ਹੈ ਬੇਸਿਕਲੀ ਅਸੀਂ ਕਿਹੜੀਆਂ ਸੈਂਕਸ਼ਨਸ ਲੱਗਦੀਆਂ ਪਰੰਪਰਾਵਾਂ ਦੇ, ਮਤਲਬ ਕਹ ਲਓ ਪਰੰਪਰਾਵਾਂ ਉੱਤੇ, ਸੋ ਉਹਨਾਂ ਦੀ ਚਰਚਾ ਕਰਾਂਗੇ। ਪਲੱਸ ਅਸੀਂ ਮੈਂ ਕੁਝ ਤੁਹਾਨੂੰ ਇੰਪੋਰਟੈਂਟ ਜਿਹੜੀਆਂ ਹੈ ਪਰੰਪਰਾਵਾਂ ਦੱਸਣੀਆਂ ਜਿਹੜੀਆਂ ਉੱਤੇ ਜਿਹੜੀਆਂ ਹੈਗੀਆਂ ਸਮੇਂ ਦੇ ਨਾਲ ਜਿਹੜੀਆਂ ਐਸਟੈਬਲਿਸ਼ ਉੱਤੇ ਹੋਈਆਂ। ਠੀਕ ਹੈ ਜੀ। ਹੁਣ ਇਹਦੇ ਵਿੱਚ ਸੰਸਦ ਦੇ ਨਾਲ ਸੰਬੰਧਿਤ ਕਿਹੜੀਆਂ ਪਰੰਪਰਾਵਾਂ ਉੱਤੇ ਐਸਟੈਬਲਿਸ਼ ਹੋਈਆਂ। ਪਹਿਲੇ the parliament consists of two houses, house of commons and house of lords। ਕਿਉਂਕਿ ਉੱਥੇ ਇੰਗਲੈਂਡ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਲਿਖਤ ਨਹੀਂ ਹੈਗੀ, ਇਸ ਕਰਕੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਰਾਜਨੀਤਿਕ ਵਿਵਸਥਾਵਾਂ ਜਿਹੜੀਆਂ ਹੈ ਉਹ ਪਰੰਪਰਾਵਾਂ ਤੇ ਆਧਾਰਿਤ ਨੇ। ਠੀਕ ਹੈ। ਮਨੀ ਬਿਲਸ ਵਿਲ ਬੀ ਇਨੀਸ਼ੀਏਟਿਡ ਇਨ ਹਾਊਸ ਆਫ ਕਾਮਨਸ। ਜਿਹੜਾ ਧਨ ਬਿੱਲ ਹੁੰਦਾ ਹੈ ਉਹ ਹਮੇਸ਼ਾ ਜਿਹੜਾ ਹੈ ਨਿਚਲੇ ਸਦਨ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤਾ ਜਾਂਦਾ। ਅਗਰ ਭਾਰਤ ਦੀ ਗੱਲ ਕਰੀਏ ਉਹ ਜਿਹੜਾ ਹੈਗਾ ਨਿਚਲੇ ਸਦਨ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਫਿਰ ਉਤਲੇ ਸਦਨ ਤੋਂ ਜਾਂਦਾ। ਉਤਲੇ ਸਦਨ ਨੂੰ ਉਹ ਧਨ ਬਿੱਲ ਪਾਸ ਕਰਨਾ ਹੀ ਪੈਂਦਾ। ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਰਾਜ ਸਭਾ 14 ਦਿਨਾਂ ਦੀ ਦੇਰੀ ਜਿਹੜਾ ਹੈ ਧਨ ਬਿੱਲ ਉੱਤੇ ਕਰ ਸਕਦੀ। ਠੀਕ ਹੈ ਜੀ। ਤੇ ਪਾਰਲੀਮੈਂਟ ਮਸਟ ਬੀ ਕਨਵੀਨ ਐਟ ਲੀਸਟ ਵਨਸ ਇਨ ਅ ਈਅਰ। ਮਤਲਬ ਜਿਹੜੀ ਸੰਸਦ ਦੀ ਕਾਰਵਾਈ ਹੈ ਉਹ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਹੋਣੀ ਚਾਹੀਦੀ। ਐਵਰੀ ਬਿੱਲ ਮਸਟ ਬੀ have 3 readings before final voted upon। ਕੋਈ ਵੀ ਅਗਰ ਬਿੱਲ ਸੰਸਦ ਦੇ ਵਿੱਚ ਲਿਆਇਆ ਜਾਂਦਾ ਹੈ ਤਾਂ ਉਸ ਬਿੱਲ ਉੱਤੇ 3 ਉਹਦੀਆਂ ਜਿਹੜੀਆਂ ਰੀਡਿੰਗਸ ਹੈ ਉਹ ਹੋਣੀਆਂ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਚਰਚਾ ਹੁੰਦੀ ਹੈ ਬਿੱਲ ਉੱਤੇ, ਫਿਰ ਜਿਹੜਾ ਬਿੱਲ ਪਾਸ ਹੁੰਦਾ ਹੈ ਫਿਰ ਬਿੱਲ ਨੂੰ ਜਿਹੜਾ ਹੈਗਾ ਲਾਗੂ ਕੀਤਾ ਜਾਂਦਾ। A speech from government benches।
A speech from government benches in the parliament is followed by speech from opposition. ठीक है जी, पहले गवर्नमेंट ਦੇ ਜਿਹੜੇ ਬੈਂਚਸ ਤੇ ਲੋਕ ਬੈਠੇ ਹੁੰਦੇ ਆ ਜਾਂ ਜਿਹੜੇ ਸੰਸਦ ਸਦੱਸਿਆ ਹੁੰਦੇ ਆ, ਪਹਿਲੇ ਜਿਹੜਾ ਹੈਗਾ ਉਹ ਆਪਣੀ ਗੱਲ ਕਹਿੰਦੇ ਨੇ, ਫਿਰ ਉਸ ਤੋਂ ਬਾਅਦ ਜਿਹੜੀ ਆਪੋਜੀਸ਼ਨ ਮਤਲਬ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੁੰਦੇ ਉਹ ਆਪਣੀ ਗੱਲ ਕਹਿੰਦੇ ਨੇ। Speaker must resign from membership of the party to which he belongs on his election as a speaker। ਜਿਹੜਾ ਸਪੀਕਰ ਹੈਗਾ ਹੈ ਹਾਊਸ ਆਫ ਕਾਮਨਸ ਦਾ, ਉਹਨੂੰ ਆਪਣੇ ਅਹੁਦੇ ਉੱਤੋਂ ਜਿਹੜਾ ਹੈ ਰੈਜ਼ਿਗਨੇਸ਼ਨ ਦੇ ਦੇਣਾ ਚਾਹੀਦਾ ਹੈ ਜਦੋਂ ਉਹ ਸਪੀਕਰ ਨਿਯੁਕਤ ਹੋ ਜਾਂਦਾ ਹੈ। ਉਹਦੀ ਕੋਈ ਜਿਹੜੀ ਹੈ ਪਾਰਟੀ ਐਫੀਲੀਏਸ਼ਨ ਨਹੀਂ ਰਹਿਣੀ ਚਾਹੀਦੀ। ਭਾਰਤ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਭਾਰਤ ਦੇ ਵਿੱਚ ਵੀ ਜਿਹੜਾ ਸਪੀਕਰ ਹੈ ਆਪਣੀ ਜਿਹੜੀ ਹੈ ਉਹ ਸਦੱਸਤਾ ਤਾਂ ਨਹੀਂ ਛੱਡਦਾ ਪਾਰਟੀ ਦੀ, ਲੇਕਿਨ ਉਹ ਨਿਊਟਰਲ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਕਰਦਾ ਹੈ। ਅਗਰ ਉਸ ਤੋਂ ਬਾਅਦ ਅਗਲੀ ਗੱਲ ਕਰੀਏ, the retiring speaker must be returned unopposed to the house and elected as speaker as many times as needed। ਜਿਹੜਾ ਸਪੀਕਰ ਜਿਹੜਾ ਰਿਟਾਇਰ ਹੋਣ ਵਾਲਾ ਹੁੰਦਾ ਆਪਣੇ ਅਹੁਦੇ ਤੋਂ ਜਾਂ ਜਿਹੜਾ ਕਾਰਜਕਾਲ ਖਤਮ ਹੋ ਜਾਂਦਾ, ਉਹਨੂੰ ਜਿਹੜਾ ਅਗਰ ਉਹ ਦੁਬਾਰਾ ਸਪੀਕਰ ਬਣਨਾ ਚਾਹਵੇ ਤਾਂ ਉਹਨੂੰ ਜਿਹੜਾ ਹੈ ਬਿਨਾਂ ਕਿਸੇ ਰੁਕਾਵਟ ਦੇ ਜਿਹੜਾ ਹੈ ਸਪੀਕਰ ਜਿਹੜਾ ਹੈ ਉਹ ਬਣਾਉਣਾ ਚਾਹੀਦਾ। ਫਿਰ no peer other than Lord shall sit when the House of Lords act as a court of appeal। ਠੀਕ ਹੈ ਜੀ, ਉਹ ਕਹਿੰਦਾ ਕਿ no peer other than law lord ਦਾ ਮਤਲਬ ਇਹ ਹੈ ਕਿ ਜਿਹੜਾ ਉੱਪਰਲਾ ਸਦਨ ਹੈ ਉਹਦਾ ਜਿਹੜਾ ਸਭ ਤੋਂ ਜਿਹੜਾ ਸੀਨੀਅਰ ਸਦੱਸਿਆ ਹੈ ਉਹ ਹਾਊਸ ਆਫ ਲਾਰਡਸ ਦੀ ਕਾਰਵਾਈ ਉਹ ਜੱਜ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਕਾਰਵਾਈ ਕਰਦਾ। The number of representatives from different political parties in the committees of the House of Commons should not proportionate to their number। The number of representatives different political parties in committees of House of Commons should be proportionate to the number of votes। ਜਿਹੜੀਆਂ ਸੰਸਦ ਦੁਆਰਾ ਕਮੇਟੀਆਂ ਬਣਾਈਆਂ ਜਾਂਦੀਆਂ ਕੰਮਕਾਜ ਚਲਾਉਣ ਵਾਸਤੇ, ਉਹਦੇ ਵਿੱਚ ਜਿਹੜੀ ਕੁੱਲ ਸੰਖਿਆ ਹੈ ਉਹਦੇ ਪ੍ਰਪੋਰਸ਼ਨੇਟ ਕਮੇਟੀਆਂ ਬਣਨੀਆਂ ਚਾਹੀਦੀਆਂ ਔਰ ਉਹਦੇ ਪ੍ਰਪੋਰਸ਼ਨੇਟ ਹੀ ਆਪੋਜੀਸ਼ਨ ਪਾਰਟੀ ਪਲੱਸ ਜਿਹੜੀ ਤੁਸੀਂ ਕਹਿ ਲਓ ਰੂਲਿੰਗ ਪਾਰਟੀ ਹੈ ਉਹਦੇ ਚੋਂ ਮੈਂਬਰ ਹਰ ਕਮੇਟੀ ਦੇ ਵਿੱਚ ਹੋਣੇ ਚਾਹੀਦੇ। The government will not initiate legislation of a controversial nature without specific mandate of the electorate। ਕਿ ਗਵਰਨਮੈਂਟ ਕੋਈ ਇਹੋ ਜਿਹਾ ਕਾਨੂੰਨ ਸੰਸਦ ਦੇ ਵਿੱਚ ਜਾਂ ਲੈਜਿਸਲੇਸ਼ਨ ਨਹੀਂ ਲੈ ਕੇ ਆਊਗੀ ਜਿਹੜੀ ਕਿ ਵਿਵਾਦਪੂਰਨ ਹੈ ਔਰ ਜਿਹੜੀ ਜਨਤਾ ਨੂੰ ਮਨਜ਼ੂਰ ਨਹੀਂ। ਇਹਨੂੰ ਆਪਾਂ ਮੈਂਡੇਟ ਕਨਵੈਨਸ਼ਨ ਵੀ ਜਿਹੜਾ ਹੈ ਕਹਿੰਦੇ। If a member of a majority party is absent on the working day of the parliament when division of voting is to be take place, he informs the whip who finds out from the opposition whether or not any member from his party is not absent. The latter will ask one of his member to be absent himself from the house on the day of division of votes। ਇਹਦਾ ਕੀ ਮਤਲਬ, ਇਹਨੂੰ ਆਪਾਂ ਕਹਿੰਦੇ ਹਾਂ ਪੇਅਰਿੰਗ ਕਨਵੈਨਸ਼ਨ। ਪੇਅਰਿੰਗ ਕਨਵੈਨਸ਼ਨ ਦਾ ਕੀ ਮਤਲਬ ਹੈਗਾ ਹੈ, ਜਦੋਂ ਕੋਈ ਮੈਜੋਰਿਟੀ ਪਾਰਟੀ ਦਾ ਨੇਤਾ ਐਬਸੈਂਟ ਹੋ ਜਾਂਦਾ ਹੈ, ਠੀਕ ਹੈ, ਅਗਰ ਕਿਸੇ ਕਾਨੂੰਨ ਉੱਤੇ ਵੋਟਾਂ ਦੀ ਡਿਵੀਜ਼ਨ ਹੋਣੀ ਹੈ, ਅਗਰ ਉਹ ਵਿਪ ਨੂੰ ਇਨਫੋਰਮ ਕਰ ਦਿੰਦਾ ਹੈ the opposition party whether not a member from opposition party is not absent is to be absent। ਅਗਰ opposition party ਤੇ ਵੀ ਕੋਈ ਸਦੱਸਿਆ ਜਿਹੜਾ ਹੈਗਾ ਉਹ ਗੈਰ ਹਾਜ਼ਰ ਹੈ, the latter will ask one of his members to be absent himself। ਇਸ ਤਰ੍ਹਾਂ ਜਿਹੜਾ ਹੈ ਲੇਟਰ ਜਿਹੜਾ opposition party ਹੈ ਉਹ ਜਿਹੜੀ ਹੈ ਰੂਲਿੰਗ ਪਾਰਟੀ ਨੂੰ ਇਹ ਕਹਿ ਸਕਦੀ ਹੈ ਕਿ ਤੁਸੀਂ ਆਪਣੇ ਸੰਸਦ ਸਦੱਸਿਆ ਨੂੰ ਐਬਸੈਂਟ ਕਰ ਦਿਓ। ਇਹਨੂੰ ਅਸੀਂ ਪੇਅਰਿੰਗ ਕਨਵੈਨਸ਼ਨ ਕਹਿੰਦੇ। ਹੁਣ ਅਸੀਂ ਜਿਹੜਾ ਹੈ ਜਿਹੜੀਆਂ ਕਨਵੈਨਸ਼ਨਸ ਹੈਗੀਆਂ ਉਹਦੀ ਸੈਂਕਸ਼ਨ ਤੇ ਆਉਂਦੇ ਹਾਂ, ਉਹਦੇ ਉੱਤੇ ਕਿਹੜੀਆਂ ਰੋਕਾਂ ਹੈ ਜਾਂ ਵਿਧਾਨਿਕ ਰੂਪ ਦੇ ਵਿੱਚ ਨਹੀਂ ਜਾਂ ਸੈਂਕਸ਼ਨਸ ਆਫ ਕਨਵੈਨਸ਼ਨਸ। ਠੀਕ ਹੈ, ਡਾਈਸੀ ਪ੍ਰੋਫੈਸਰ ਡਾਈਸੀ ਕੀ ਕਹਿੰਦੇ ਹੈ, ਪ੍ਰੋਫੈਸਰ ਡਾਈਸੀ is of the view that conventions are observed because their non-observance will sooner or later lead to offender of conflict in the courts। ਠੀਕ ਹੈ, ਲੋਕ ਕਹਿੰਦਾ ਪਰੰਪਰਾਵਾਂ ਨੂੰ ਡਾਈਸੀ ਕਹਿੰਦਾ ਇਸ ਕਰਕੇ ਮੰਨਦੇ ਹੈ ਕਿਉਂਕਿ ਅਦਰਵਾਈਜ਼ ਜਿਹੜਾ ਹੈ ਕੋਰਟ ਦੇ ਵਿੱਚ ਇਹਨਾਂ ਨੂੰ ਲੈ ਕੇ ਕੋਈ ਵਿਵਾਦ ਪੈਦਾ ਜਿਹੜਾ ਹੋ ਸਕਦਾ ਹੈ।
ਹੁਣ ਲੋਵੈਲ ਕੀ ਕਹਿੰਦਾ ਹੈ? ਲੋਵੈਲ ਦਾ ਵਿਊ ਪੁਆਇੰਟ ਹੈ, but Dicey's theory does not explain the whole case. What Dicey says may be true of the important convention, but minor convention can be violated by bringing the violator into conflict with the law of land. ਉਹ ਕਹਿੰਦਾ ਕਿ ਜਿਹੜੀਆਂ ਤਾਂ ਵੱਡੀਆਂ ਕਨਵੈਨਸ਼ਨਸ ਹੈਗੀਆਂ, ਠੀਕ ਹੈ ਜੀ, ਉਹਦੇ ਉਸ ਸੰਦਰਭ ਦੇ ਵਿੱਚ ਜਿਹੜਾ ਡਾਈਸੀ ਦਾ ਵਿਚਾਰ ਹੈ ਉਹ ਪੂਰਨ ਰੂਪ ਚ ਸत्य ਹੋ ਸਕਦਾ ਹੈ, ਪਰ ਜਿਹੜੀ ਬਹੁਤ ਛੋਟੀ ਜਿਹੀ ਇੱਕ ਪਰੰਪਰਾ ਹੈ, ਠੀਕ ਹੈ, ਅਗਰ ਉਹਨੂੰ ਨਹੀਂ ਮੰਨਿਆ ਜਾਂਦਾ ਜਾਂ ਉਹਨੂੰ ਆਨਰ ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾਂਦਾ, ਤਾਂ ਉਹਦੇ ਕਾਰਨ ਜਿਹੜਾ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹ ਪੈਦਾ ਹੋ ਸਕਦੀਆਂ। ਫਿਰ ਜੈਨਿੰਗਸ ਕੀ ਕਹਿੰਦਾ ਹੈ? ਐਨ ਐਡੀਸ਼ਨਲ ਸੈਂਕਸ਼ਨ ਕਮਸ ਫਰਮ ਫੋਰਸ ਆਫ ਪਬਲਿਕ ਓਪੀਨੀਅਨ। ਜਿਹੜੀ ਲੋਕ ਮਤ ਹੈ ਜਾਂ ਪਬਲਿਕ ਓਪੀਨੀਅਨ ਹੈ ਉਹ ਸਭ ਤੋਂ ਵੱਡੀ ਜਿਹੜੀ ਹੈ ਸੈਂਕਸ਼ਨ ਹੈ ਅਗੇਂਸਟ ਜਿਹੜਾ ਹੈ ਆਪਣੇ ਪਰੰਪਰਾਵਾਂ ਦੇ ਅਗੇਂਸਟ। Dr. Jennings has remarked that real evidence of law or conventions which are of the equal value is based upon general public opinion, not upon the force. ਠੀਕ ਹੈ ਜੀ। ਹੁਣ ਮੈਂਡੇਟ ਇੱਥੇ ਜਿਹੜਾ ਹੈ ਉਹ ਮੈਂਡੇਟ ਜਿਹੜੀ ਕਨਵੈਨਸ਼ਨ ਹੈ ਉਹਦਾ ਸਮਰਥਨ ਕਰਦਾ ਹੈ। ਅਗਰ ਕੋਈ ਚੀਜ਼ ਲੋਕਾਂ ਨੂੰ ਨਹੀਂ ਪਸੰਦ ਹੈ ਉਹ ਚੀਜ਼ ਲੋਕਾਂ ਉੱਤੇ ਜਿਹੜਾ ਹੈ ਫੋਰਸਫੁਲੀ ਜਿਹੜੀ ਹੈ ਲਾਗੂ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਸੋ ਇਹ ਤੁਹਾਡਾ ਇਹਦੇ ਨਾਲ ਕਨਵੈਨਸ਼ਨਸ ਵਾਲਾ ਜਿਹੜਾ ਚੈਪਟਰ ਹੈ ਉਹ ਖਤਮ ਹੁੰਦਾ ਹੈ। ਠੀਕ ਹੈ ਜੀ। ਮੈਂ ਅੱਜ ਦਾ ਲੈਕਚਰ ਵੀ ਆਪਣਾ ਇੱਥੇ ਖਤਮ ਕਰਦਾ ਤੇ ਕੱਲ ਨੂੰ ਅਸੀਂ ਉਹ ਜਿਹੜਾ ਕੁਐਸਚਨ ਆਪਣਾ ਇਸ ਬਣਦਾ ਹੈ ਕਿ ਜਿਹੜਾ ਬ੍ਰਿਟੇਨ ਦਾ ਕਨਸਟੀਟਿਊਸ਼ਨ ਹੈ ਉਹ ਚਾਈਲਡ ਆਫ ਐਕਸੀਡੈਂਟ ਐਂਡ ਡਿਜ਼ਾਈਨ ਹੈ। ਇਸ ਕਥਨ ਨੂੰ ਮੁੱਖ ਰੱਖਦਿਆਂ ਹੋਇਆ ਇਸ ਵਿਚਾਰ ਉੱਤੇ ਜਿਹੜਾ ਹੈ ਵਿਚਾਰ ਕੀਤਾ ਜਾਵੇ। ਇਹ ਕੱਲ ਆਪਾਂ ਜਿਹੜਾ ਹੈਗਾ ਕਰਕੇ ਜਿਹੜਾ ਹੈਗਾ ਆਪਣਾ ਇੱਕ ਯੂਨਿਟ ਜਿਹੜਾ ਹੈ ਪਹਿਲਾ ਯੂਨਿਟ ਜਿਹੜਾ ਹੈ ਉਸਨੂੰ ਖਤਮ ਕਰਾਂਗੇ। ਠੀਕ ਹੈ ਜੀ। ਥੈਂਕ ਯੂ ਫॉर ਅਟੈਂਡਿੰਗ ਦਿਸ ਕਲਾਸ।